मेरे नैन सन। पिछला बीत गया, नवा साल चढ़िया सी। याद आ रहा सी ਉਹ ਰੁੱਕਾ ਜੋ ਮੈਂ ਆਪਣੇ ਨਾਲ ਕੀਤੇ ਵਾਅਦਿਆਂ ਨਾਲ ਭਰਿਆ ਸੀ। 1-2 ਸਾਲ ਦੀ ਗੱਲ ਨਹੀਂ, ਇਹ ਆਦਤ ਸਾਲਾਂ ਬੱਧੀ ਸੀ। ਰੁੱਕੇ ਭਰ ਮੈਂ ਬਥੇਰੀ ਇਕੱਠੀ ਕਰ ਲਈ ਰੱਦੀ ਸੀ। ਹੋਰ ਯਾਦ ਆ ਰਿਹਾ ਸੀ ਇੱਕ ਬੜਾ ਪੁਰਾਣਾ ਸੁਪਨਾ, ਨਿਤ ਚੱਲ ਆਗੇ ਉੱਠ ਕੇ ਬਾਣੀ ਨਾਲ ਸੀ ਜੁੜਨਾ। ਪਰ ਸ਼ਾਇਦ ਸੁਪਨੇ ਨੂੰ ਮੇਰੀ ਨੀਂਦ ਨਾਲ ਪਿਆਰ ਸੀ ਅਤ ਘਨਾ। ਮੈਂ ਪਾਈਆਂ ਲੱਖ ਲਾਨਤਾਂ, ਪਰ ਉਹ ਛੱਡੇ ਨਾ ਵਜੂਦ ਆਪਣਾ। ਯਾਦ ਆ ਰਿਹਾ ਸੀ ਚਿੱਤਰ, ਇੱਕ ਦਹਿਲੀਜ਼ ਤੇ ਅੱਗੇ ਚੜ੍ਹਦੀਆਂ ਪੌੜੀਆਂ ਦਾ। ਚੜ੍ਹ ਜਾਓ ਤੇ ਜੀਵਨ ਅਮੁੱਲ, ਨਹੀਂ ਤੇ ਪੈਂਦਾ ਸੀ ਮੁੱਲ ਕੌੜੀਆਂ ਦਾ। ਨਾ ਕੋਈ ਪਹਿਰੇਦਾਰ, ਨਾ ਦਰਵਾਜ਼ੇ ਤੇ ਕੁੰਡਾ ਅੜਿਆ ਸੀ। ਰੱਬ ਵਾਜਾਂ ਮਾਰੇ ਨਿਤ, ਮੈਂ ਢੀਠ ਬਣ ਕੇ ਦਹਿਲੀਜ਼ ਤੇ ਹੀ ਖੜਿਆ ਸੀ। ਸਾਥੀ ਵੀ ਨੇ, ਜੀਵਨ ਸਾਥੀ ਵੀ ਹੈ। ਹਰ ਕੋਈ ਆਪਣੇ ਆਪਣੇ ਹਿੱਸੇ ਦੀ ਪੌੜੀ ਚੜਿਆ ਸੀ। ਮੈਂ ਅਕਲ ਤੋਂ ਫਕੀਰ, ਹੱਥ ਨਾ ਕਿਸੇ ਦਾ ਫੜਿਆ ਸੀ। ਯਾਦ ਆ ਰਹੇ ਗੁਰੂ, ਜਿਨ੍ਹਾਂ ਦਿੱਤੀ ਬਾਣੀ ਤੇ ਵਿੱਚ ਬਾਣੀ ਅੰਮ੍ਰਿਤ ਸਾਰੇ ਸੀ। ਯਾਦ ਆ ਰਹੇ ਗੁਰਸਿੱਖ, ਜੋ ਬਾਣੀ ਤੇ ਬਾਣੇ ਦੀ ਸੰਭਾਲ ਕਰ ਬਣ ਗਏ ਗੁਰੂ ਦੇ ਪਿਆਰੇ ਸੀ। ਯਾਦ ਆ ਰਹੇ ਉਹ 40, ਜਿਨ੍ਹਾਂ ਲੱਖਾਂ ਨੂੰ ਪਾਤੇ ਲਾਰੇ ਸੀ। ਮੈਂ ਤੇ ਬਸ 5 ਅੱਗੇ ਆਪਣੇ ਦਿਨ ਔਰ ਰੈਣ ਹਾਰੇ ਸੀ। ਯਾਦਾਂ ਤੇ ਨੇ ਪਰ ਬੁਨਿਆਦਾਂ ਕਮਜ਼ੋਰ ਨੇ। ਵਾਅਦੇ ਤੇ ਨੇ ਪਰ ਇਰਾਦੇ ਅਲੋਪ ਨੇ। ਕਰਨੀ ਦਾ ਕੀ ਕਹਿਣਾ, ਬਹਾਨੇ ਪੁਰਜ਼ੋਰ ਨੇ। ਹਾਂ ਕੁਝ ਅੱਖਰ ਨੇ ਜੋ ਇਕੱਠੇ ਹੋ ਕੇ ਪਾਉਂਦੇ ਨਿਰਾ ਸ਼ੋਰ ਹੀ ਨੇ। ਤੇਰੇ ਨਾਮ ਦੇ ਰਸੀਏ ਦਾਤਾ ਕੋਈ ਹੋਰ ਹੀ ਨੇ। ਇੱਕ ਇੱਕ ਕਰਕੇ ਬੀਤ ਗਏ ਜੋ ਉਹਨਾਂ ਸਾਲਾਂ ਦਾ ਪਾਇਆ ਨਾ ਮੈਂ ਮੋਲ ਸੀ। ਹੁਣ ਪਿਆ ਸੀ ਫਿਕਰ, ਕਿਵੇਂ ਸੰਭਾਲਾਂ ਜੋ ਬੱਚੇ ਮੇਰੇ ਕੋਲ ਸੀ। ਮਨ ਕਹਿ ਰਿਹਾ ਸੀ ਤੇਰੇ ਦੁੱਖ ਦੂਰ ਹੋ ਜਾਣ, ਜੇ ਤੂੰ ਸਾਚੇ ਅੱਗੇ ਸੀਸ ਝੁਕਾ ਦੇਵੇਂ। ਪਰ ਮਨ ਨੂੰ ਕੌਣ ਸਮਝਾਵੇ ਕਿ ਸ਼ਾਇਦ ਗੇੜੇ ਹੀ ਮੁੱਕ ਜਾਣ, ਜੇ ਉਹ ਆਪਣਾ ਆਪ ਹੀ ਮੁਕਾ ਦੇਵੇ। ਦਾਤਾ ਹਰ ਗੱਲ ਠਹਿਰਦੀ ਹੈ ਤੇਰੇ ਦਰ ਤੇ ਆ ਕੇ। ਨਹੀਂ ਚਿੱਤ ਕਰਦਾ ਕਿ ਪਵਾਂ ਵਸ ਕਾਲ ਦੇ। ਸਮੁੰਦ ਤੂੰ, ਬੋਹਿਤ ਤੂੰ, ਮਲਾਹ ਤੂੰ, ਦਾਮ ਵਜੋਂ ਗੁਣ ਨਹੀਂ ਕੋਏ। ਤੂੰ ਤੁਠ ਤੇ ਆਪ ਪਾਰ ਲੰਘਾ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ। ਮੇਰਾ ਖਿਆਲ ਹੈ ਅੱਜ ਕੁਝ ਮੇਰੇ ਇਸ ਕਨੈਕਸ਼ਨ ਤੋਂ ਆਵਾਜ਼ ਵਿੱਚ ਕੋਈ ਪ੍ਰੋਬਲਮ ਹੈਗੀ ਹੈ ਕਿ ਜਾਂ ਕਲੀਅਰ ਆ ਰਹੀ ਹੈ। ਚਰਨਜੀਤ ਸਿੰਘ ਜੀ ਦੱਸਣਾ, ਅਗਰ ਜੇ ਆਵਾਜ਼ ਕਲੀਅਰ ਹੈ ਤੇ ਮੈਂ ਕੰਟੀਨਿਊ ਕਰਾਂ ਜਾਂ ਨਹੀਂ ਤਾਂ ਮੈਂ ਦੂਸਰੇ ਕਨੈਕਸ਼ਨ ਤੋਂ। हाले क्लियर है जी, बिल्कुल बिल्कुल क्लियर है, कंटिन्यू करो। हाँ जी, ਹੁਣ ਦੱਸਣਾ ਦੁਬਾਰਾ ਕੀ ਬੋਲਿਆ। क्लियर है जी आवाज, अच्छा, आप जी चलो कंटिन्यू करो। ठीक है। हाँ जी, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਈਏ ਮਹੱਲੇ ਪਹਿਲੇ ਕੇ ਜੋ ਗੁਰੂ ਨਾਨਕ ਪਾਤਸ਼ਾਹ ਜੀ ਦੀ ਵਡਿਆਈ ਦੇ ਵਿੱਚ ਭੱਟ ਕਲ ਸਹਾਰ ਦੇ ਵੱਲੋਂ ਉਚਾਰਨ ਕੀਤੇ ਹੋਏ 10 ਸਵਈਏ ਹਨ। ਉਹਨਾਂ ਦੇ ਵਿੱਚੋਂ 3 ਸਵਈਏ ਦੀ ਵਿਚਾਰ ਅਸੀਂ ਵੀਰਵਾਰ ਨੂੰ ਕੀਤੀ ਸੀ। ਲੜੀ ਜੋੜਨ ਵਾਸਤੇ ਇੱਕ ਵਾਰੀ ਸੰਖੇਪ ਵਿੱਚ ਉਹਨਾਂ 3 ਸਵਈਆਂ ਨੂੰ ਇੱਕ ਵਾਰੀ ਦੁਹਰਾ ਲੈਂਦੇ ਹਾਂ। ਪਹਿਲੇ ਸਵਈਏ ਦੇ ਵਿੱਚ ਭੱਟ ਕਲ ਸਹਾਰ ਨੇ ਅਕਾਲ ਪੁਰਖ ਦੀ ਸਿਫਤ ਸਲਾਹ ਤੋਂ ਗੱਲ ਸ਼ੁਰੂ ਕੀਤੀ ਸੀ। ਅਕਾਲ ਪੁਰਖ ਨੂੰ ਵਰਦਾਤਾ ਕਹਿ ਕੇ ਯਾਦ ਕੀਤਾ ਸੀ, ਜੋ ਸਾਰੀਆਂ ਬਖਸ਼ਿਸ਼ਾਂ ਕਰਨ ਵਾਲਾ ਹੈ ਅਤੇ ਜੋ ਸੰਤਾਂ ਦਾ ਸਹਾਰਾ ਹੈ, ਸਭ ਜਗ੍ਹਾ ਹਾਜ਼ਰ ਨਾਜ਼ਰ ਹੈ। ਤੋ ਭੱਟ ਕਲ ਸਹਾਰ ਕਹਿੰਦਾ ਹੈ ਕਿ ਉਸ ਨੂੰ ਹੀ ਮੈਂ ਆਪਣੇ ਹਿਰਦੇ 'ਚ ਉਹਦਾ ਧਿਆਨ ਧਰ ਕੇ ਤੇ ਗੁਰੂ ਨਾਨਕ ਦੇ ਗੁਣ ਗਾਉਂਦਾ ਹਾਂ। ਇਹ ਪਹਿਲੇ ਸਵਈਏ 'ਚ ਉਹਨਾਂ ਨੇ ਗੱਲ ਕੀਤੀ।
ਦੂਸਰੇ ਸਵਈਏ ਦੇ ਵਿੱਚ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਪਰਮ ਗੁਰੂ ਆਖ ਕੇ ਨਾਲ ਉਹਨਾਂ ਦੀ ਵਡਿਆਈ ਕੀਤੀ ਕਿ ਉਹ ਪਾਪਾਂ ਨੂੰ ਦੂਰ ਕਰਨ ਵਾਲੇ ਹਨ, ਬਾਣੀ ਦੇ ਸੋਮੇ ਹਨ ਅਤੇ ਗੁਰੂ ਨਾਨਕ ਨੂੰ ਜੋਗੀ, ਜੰਗਮ ਆਦਿ ਵੀ ਗਾਉਂਦੇ ਹਨ। ਉਹ ਲੋਕ ਵੀ ਗਾਉਂਦੇ ਹਨ ਜਿਹੜੇ ਬੜੇ ਗੰਭੀਰ ਹਨ, ਧੀਰਜਵਾਨ ਹਨ, ਉੱਚੀ ਮੱਤ ਵਾਲੇ ਹਨ। ਦੂਸਰੇ ਸਵਈਏ 'ਚ ਇਹ ਗੱਲ ਆਈ ਸੀ। ਇੰਦਰ, ਪ੍ਰਹਿਲਾਦ ਆਦਿਕ ਜਿਹੜੇ ਦੇਵਤੇ ਹਨ, ਉਹਨਾਂ ਨੇ ਵੀ ਗੁਰੂ ਨਾਨਕ ਦੇਵ ਜੀ ਨੂੰ ਉਹਨਾਂ ਨੇ ਵੀ ਗੁਰੂ ਨਾਨਕ ਦੇਵ ਜੀ ਦੀ ਵਡਿਆਈ ਗਾਈ ਹੈ। ਤੇ ਕੱਲ ਸਹਾਰ ਕਹਿੰਦਾ ਹੈ ਕਿ ਬਈ ਮੈਂ ਵੀ ਐਸੇ ਗੁਰੂ ਨਾਨਕ ਦੀ ਵਡਿਆਈ ਗਾਉਂਦਾ ਹਾਂ, ਜਸ ਗਾਉਂਦਾ ਹਾਂ, ਜਿਸ ਨੇ ਰਾਜ ਯੋਗ ਮੰਨਿਆ ਹੈ। ਇਹ ਗੱਲ ਜੋ ਹੈ ਉਹ ਬਾਰ-ਬਾਰ ਦੁਹਰਾਉਂਦਾ ਹੈ ਕਿ ਗੁਰੂ ਨਾਨਕ ਨੇ ਰਾਜ ਵੀ ਮੰਨਿਆ ਹੈ ਤੇ ਯੋਗ ਵੀ ਮੰਨਿਆ ਹੈ। ਤੀਸਰੇ ਸਵਈਏ ਦੇ ਵਿੱਚ ਉਸਨੇ ਹੁਣ ਜਨਕ ਦੀ ਗੱਲ ਕੀਤੀ ਹੈ ਕਿ ਜਨਕ ਅਤੇ ਹੋਰ ਕਈ ਜੋਗੀ ਜਿਹੜੇ ਹਨ ਉਹ ਵੀ ਗੁਰੂ ਨਾਨਕ ਦੀ ਵਡਿਆਈ ਗਾਉਂਦੇ ਹਨ, ਉਸ ਗੁਰੂ ਨਾਨਕ ਦੀ ਜੋ ਹਰੀ ਦੇ ਪਿਆਰ ਦੇ ਵਿੱਚ ਪੂਰੀ ਤਰ੍ਹਾਂ ਭਿੱਜਿਆ ਹੋਇਆ ਹੈ। ਅਤੇ ਹੋਰ ਫਿਰ ਗੁਰੂ ਨਾਨਕ ਪਾਤਸ਼ਾਹ ਵਾਸਤੇ ਕਹਿੰਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੂੰ ਮਾਇਆ ਨਹੀਂ ਛਲ ਸਕੀ। ਐਸੇ ਗੁਰੂ ਨਾਨਕ ਦੀ ਸੋਭਾ ਰਿਸ਼ੀ ਵੀ ਕਰਦੇ ਹਨ। ਸਨਕ ਆਦਿਕ ਜਿਹੜੇ ਹਨ ਉਹ ਵੀ ਜਿਹੜੇ ਬ੍ਰਹਮਾ ਦੇ ਪੁੱਤਰ ਹਨ, ਸਨਕ, ਸਨੰਦਨ, ਸਨਤ ਕੁਮਾਰ, ਸਨਾਤਨ, ਉਹ ਵੀ ਗੁਰੂ ਨਾਨਕ ਦਾ ਜਸ ਕਰਦੇ ਹਨ। ਫਿਰ ਹੋਰ ਕਹਿੰਦਾ ਹੈ ਕਿ ਧੂਮ ਰਿਸ਼ੀ ਤੇ ਧਰੂ ਜਿਹੜਾ ਡਲ ਮੰਡਲ ਵਿੱਚ ਟਿਕਿਆ ਹੋਇਆ ਹੈ, ਉਹ ਵੀ ਉਸ ਭਗਤੀ ਭਾਵ ਵਾਲੇ ਗੁਰੂ ਨਾਨਕ ਦਾ ਜਸ ਗਾਉਂਦਾ ਹੈ। ਮੈਂ ਵੀ ਉਸ ਗੁਰੂ ਨਾਨਕ ਦੇ ਗੁਣ ਗਾਉਂਦਾ ਹਾਂ ਜਿਸ ਨੇ ਰਾਜ ਯੋਗ ਮੰਨਿਆ ਹੈ। ਇਹ ਜੋ ਤਰੀਕਾ ਹੈ ਗੁਰੂ ਨਾਨਕ ਦੀ ਵਡਿਆਈ ਦਾ, ਕਿ ਮੰਨੇ ਪਰਮੰਨੇ ਦੇਵੀ ਦੇਵਤੇ, ਰਿਸ਼ੀ ਮੁਨੀ, ਜਿਨ੍ਹਾਂ ਦਾ ਸਤਿਕਾਰ ਆਮ ਜਨਤਾ ਦੇ ਮਨਾਂ ਦੇ ਵਿੱਚ ਹੈ, ਉਹਨਾਂ ਦਾ ਨਾਮ ਲੈ ਕੇ ਤੇ ਪਟ ਕਲ ਸਹਾਰ ਗੁਰੂ ਨਾਨਕ ਦਾ ਜਸ ਗਾਇਨ ਕਰਦਾ ਹੈ, ਉਹਨਾਂ ਦੀ ਵਡਿਆਈ ਕਰਦਾ ਹੈ ਕਿ ਗੁਰੂ ਨਾਨਕ ਦੀ ਵਡਿਆਈ ਧਰੂ ਨੇ ਵੀ ਕੀਤੀ, ਪ੍ਰਹਿਲਾਦ ਨੇ ਵੀ ਕੀਤੀ, ਇੰਦਰ ਦੇਵਤੇ ਨੇ ਵੀ ਕੀਤੀ, ਧੂਮ ਰਿਸ਼ੀ ਨੇ ਵੀ ਕੀਤੀ, ਫਲਾਣੇ ਨੇ ਕੀਤੀ, ਹੋਰਾਂ ਨੇ ਕੀਤੀ। ਇਹ ਤਰੀਕਾ ਆਮ ਪ੍ਰਚਲਿਤ ਸੀ ਪੁਰਾਣੇ ਜ਼ਮਾਨੇ 'ਚ ਵੀ, ਅੱਜ ਵੀ ਦੇਖਿਆ ਜਾਵੇ ਤੇ ਇਹੋ ਜਿਹਾ ਤਰੀਕਾ ਲੋਕ ਅਪਣਾਉਂਦੇ ਹੀ ਹਨ। ਜਦੋਂ ਕਿਸੇ ਆਪਣੇ ਫੇਵਰਿਟ ਬੰਦੇ ਦੀ ਉਹਨਾਂ ਨੇ ਸਿਫਤ ਕਰਨੀ ਹੁੰਦੀ ਹੈ ਤਾਂ ਉਹਦੇ ਗੁਣ ਕੁਝ ਨਾ ਕੁਝ ਵਡਿਆਈ ਕਰਕੇ ਫਿਰ ਨਾਲ ਇਹ ਵੀ ਗੱਲ ਆਮ ਤੌਰ ਤੇ ਐਡ ਕਰ ਦਿੱਤੀ ਜਾਂਦੀ ਹੈ ਕਿ ਫਲਾਣਾ ਬੰਦਾ ਜਿਹੜਾ ਹੈ ਉਹ ਵੀ ਦੇਖੋ ਇਹਦੀ ਵਡਿਆਈ ਕਰਦਾ, ਉਹ ਵੀ ਇਹਨੂੰ ਚੰਗਾ ਆਖਦਾ ਹੈ। ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਅਕਾਲ ਪੁਰਖ ਦੀ ਸਿਫਤ ਸਲਾਹ ਦੇ ਵਿੱਚ ਸੋਦਰ ਦੀ ਪੌੜੀ ਉਚਾਰੀ ਤਾਂ ਉੱਥੇ ਵੀ ਉਹਨਾਂ ਨੇ ਤਕਰੀਬਨ ਇਹੀ ਤਰੀਕਾ ਹੀ ਇਸਤੇਮਾਲ ਕੀਤਾ ਹੈ ਕਿ ਪਹਿਲਾਂ ਪਰਮਾਤਮਾ ਦੇ ਦਰ ਦੀ ਗੱਲ ਕਰਕੇ ਕਿ ਤੇਰਾ ਦਰ ਕਿੰਨਾ ਵੱਡਾ, ਕਿੰਨਾ ਅਚਰਜ ਹੈ, ਜਿਹਦੀ ਵਡਿਆਈ ਕਰਨੀ ਵੀ ਮੁਸ਼ਕਿਲ ਹੈ, ਜਿੱਥੇ ਬੈਠ ਕੇ ਤੂੰ ਸਾਰਿਆਂ ਦੀ ਸੰਭਾਲ ਕਰ ਰਿਹਾ ਹੈ। ਤੇ ਫਿਰ ਉਸ ਤੋਂ ਬਾਅਦ ਗੱਲ ਕੀ ਕਰਦੇ ਹਨ ਕਿ ਗਾਵੇਂ ਤੁਧਨੋ ਪੌਣ ਪਾਣੀ ਬੈਸੰਤਰ, ਗਾਵੇ ਰਾਜਾ ਧਰਮ ਦੁਆਰੇ, ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਤੋ ਜਿਨ੍ਹਾਂ ਦੇ ਬਾਰੇ ਲੋਕਾਂ ਦੇ ਮਨਾਂ ਦੇ ਅੰਦਰ ਇਹ ਧਾਰਨਾ ਬਣੀ ਹੁੰਦੀ ਹੈ ਕਿ ਵੀ ਇਹ ਮਹਾਨ ਲੋਕ ਹਨ, ਇਹ ਵੱਡੇ ਹਨ। ਜਿਵੇਂ ਅੱਜ ਕੱਲ ਅਸੀਂ ਕਿਸੇ ਦੀ ਵਡਿਆਈ ਕਰਨੀ ਹੋਵੇ ਜਾਂ ਕਿਸੇ ਕਮਰਸ਼ੀਅਲ ਐਸਟੈਬਲਿਸ਼ਮੈਂਟ ਵਾਲੇ ਨੇ ਵੀ ਆਪਣੇ ਧੰਦੇ ਦੀ ਇਸ਼ਤਿਹਾਰਬਾਜ਼ੀ ਕਰਨੀ ਹੋਵੇ ਤੇ ਉਹ ਕੀ ਕਰਦਾ ਹੈ, ਵੱਡੇ ਵੱਡੇ ਸੈਲੀਬ੍ਰਿਟੀਜ਼ ਦੀ ਫੋਟੋ ਲਿਆ ਕੇ ਤੇ ਲਗਾਏਗਾ, ਉਹਨਾਂ ਦੇ ਨਾਲ ਆਪਣੀ ਫੋਟੋ ਖਿਚਾ ਕੇ ਤੇ ਆਪਣੀ ਦੁਕਾਨ ਤੇ ਜਾਂ ਆਪਣੇ ਆਫਿਸ ਦੇ ਵਿੱਚ ਲਗਾਏਗਾ, ਇਹ ਦਿਖਾਉਣ ਵਾਸਤੇ ਕਿ ਦੇਖੋ ਇਹ ਜਿਹੜੇ ਸੈਲੀਬ੍ਰਿਟੀ ਨੇ ਜਿਨ੍ਹਾਂ ਨੂੰ ਸਾਰੀ ਦੁਨੀਆ ਪਸੰਦ ਕਰਦੀ ਹੈ, ਉਹ ਵੀ ਮੇਰਾ ਪ੍ਰੋਡਕਟ ਨੂੰ ਇਸਤੇਮਾਲ ਕਰਦੇ ਨੇ। ਇਹ ਤਰੀਕਾ ਹੁੰਦਾ ਹੈ ਲੋਕਾਂ ਦੇ ਮਨਾਂ ਦੇ ਅੰਦਰ ਇੱਕ ਚੰਗਿਆਈ ਦਾ ਪ੍ਰਭਾਵ ਦੇਣਾ। ਤੋ ਇਸੇ ਹੀ ਢੰਗ ਨੂੰ ਭਗਤ ਭੱਟ ਕਲ ਸਹਾਰ ਜੀ ਵੀ ਯੂਜ਼ ਕਰਦੇ ਹਨ। ਤੋ ਪਿਛਲੇ ਸਵਈਆਂ 'ਚ ਵੀ ਇਹੀ ਗੱਲ ਆਈ ਹੈ। ਤੇ ਹੁਣ ਜਿਹੜਾ ਅੱਜ ਦਾ ਸਵਈਆ ਹੈ, ਸਵਈਆ ਚੌਥਾ, ਉਹਦੇ ਵਿੱਚ ਵੀ ਇੱਥੋਂ ਗੱਲ ਆਰੰਭ ਹੁੰਦੀ ਹੈ। ਗਾਵੇਂ ਕਪਿਲਾਦ ਆਦ ਜੋਗੇਸ਼ਵਰ अपरंपर अवतार वरो, गावे जम दगन परशुरामेश्वर, कर कुठार रग तेज हरियो, उधो अक्रूर विदर गुण गावे, सर्वातम जिन जानियो, कब कल सुजस गावो गुरु नानक,
राजयोग जिन माने। पहली पंक्ति च गल करता है कपिल ऋषि की, कपिल आद, कपिल आद, कपिल ऋषि ते होर उस तरह के होर कई ऋषि। फिर आद जोगेश्वर, आद मैंने पुराने आरंभ तो ही जोगेश्वर बड़े बड़े जोगी हैं। अपरंपर, अपरंपर का आखिरी अर्थ है जिसका पार ना पाया जा सके, जो बेअंत है। अवतार करो, अपरंपर दा अवतार। आप अपरंपर का लफज आया है परमात्मा वास्ते, अकाल पुरख वास्ते, ते अकाल पुरख दा ही अवतार उस बेअंत हरि दा, बेअंत प्रभु दा श्रेष्ठ अवतार गुरु नानक। तो पहली पंक्ति च भट्ट कलसहार जी कहते हैं कि कपिल आदिक ऋषि ते पुराने वड्डे वड्डे योगी ਜਿਹੜੇ परमात्मा ਦੇ ਸ਼੍ਰੋਮਣੀ अवतार गुरु नानक ਨੂੰ ਗਾਉਂਦੇ ਹਨ। अपरंपर लफज आया है वो जिसका भाव है कि जिसका पार नहीं पाया जा सकता, भाव परमात्मा। अवतार वरो, उत्तम अवतार, वर वर लफज जड़ा है उत्तम वास्ते वीर जी आवाज अट रही। वीर जी मेरी आवाज सुन पा रहे हो? मेरा ख्याल है मेरा कनेक्शन दूजे पासों कट गया है कि एक बार जरा कोई जना अनम्यूट करके कंफर्म कर दो। हुण आवाज मेरी आ रही है ठीक? हाँ जी वीर जी हुण आ रही है, पहले विचकार थोड़ी डिस्टर्बेंस हो गई सी। हाँ जी चरणजीत जी एक बार कंफर्म करना मेरी आवाज ठीक आ रही है? हाँ जी हुण ठीक हैगी है, हुण ठीक है। एमपीसी जी ठीक आ रही आवाज, मैनू आ रही है। हुण आवाज ठीक है वीर जी, और विचकार थोड़ी जी डिस्टर्बेंस हुई सी, एक बार रिपीट कर दो। आप जी नो हेलो, आवाज आ रही है? चलो ठीक है जी। वो पुराना दूजा कनेक्शन मेरा कट गया लगता है। सो कपिल आदिक ऋषि ਅਤੇ ਪੁਰਾਣੇ ਵੱਡੇ ਵੱਡੇ ਯੋਗੀ ਜਨ ਜਿਹੜੇ ਹਨ ਉਹ ਪਰਮਾਤਮਾ ਦੇ ਸ਼੍ਰੋਮਣੀ ਅਵਤਾਰ ਗੁਰੂ ਨਾਨਕ ਨੂੰ ਗਾਉਂਦੇ ਹਨ। ਫਿਰ ਅਗਲੀ ਪੰਕਤੀ ਵਿੱਚ ਭੱਟ ਕਲਸਹਾਰ ਜੀ ਆਖਦੇ ਨੇ ਕਿ ਗਾਵੇ ਜਮ ਦਗਨ ਪਰਸ਼ਰਾਮੇਸ਼ੁਰ ਕਰ ਕੁਠਾਰ ਰਗ ਤੇਜ ਹਰਿਓ। ਕਿ ਗੁਰੂ ਨਾਨਕ ਦੀ ਵਡਿਆਈ ਨੂੰ ਜਮ ਦਗਨ ਦਾ ਪੁੱਤਰ ਪਰਸ਼ਰਾਮ ਵੀ ਗਾ ਰਿਹਾ ਹੈ, ਜਿਹਦੇ ਹੱਥ ਦਾ ਕੁਹਾੜਾ ਤੇ ਜਿਹਦਾ ਪ੍ਰਤਾਪ ਸ੍ਰੀ ਰਾਮਚੰਦਰ ਜੀ ਨੇ ਖੋਹ ਲਿਆ ਸੀ। तो परशुराम जड़ा है वो एक ऋषि होया है जिदे बारे थोड़ी जो डिटेल मैं जी है आप जी नूं पढ़ के सुनावांगा। एक सेकंड होल्ड रखना। हाँ जी, सो परशुराम की जो कहानी है वो इस तरह है कि जमदगन जड़ा है वो विष्णु का अवतार सी
ਤੇ ਪਰ ਪਰਸ਼ੁਰਾਮ ਜਿਹੜਾ ਹੈ ਉਹ ਵਿਸ਼ਨੂੰ ਦਾ ਅਵਤਾਰ ਸੀ ਤੇ ਜਮਦਗਨ ਰਿਸ਼ੀ ਦਾ ਉਹ ਪੁੱਤਰ ਸੀ। ਤੇ ਇਸਨੇ ਆਪਣੇ ਪਿਤਾ ਦੀ ਬੇਇੱਜ਼ਤੀ ਦਾ ਬਦਲਾ ਲੈਣ ਵਾਸਤੇ 21 ਵਾਰੀ ਖੱਤਰੀਆਂ ਦਾ ਸੰਘਾਰ ਕਰਕੇ ਤੇ ਧਰਤੀ ਨੂੰ ਜਿਵੇਂ ਬ੍ਰਾਹਮਣਾਂ ਦੇ ਹਵਾਲੇ ਕਰ ਦਿੱਤਾ ਸੀ। ਇਹ ਜੋ ਪੁਰਾਣਕ ਮਨੋਤ ਹੈ। ਤੇ ਕਿਉਂਕਿ ਇਹ ਧਰਤੀ ਬ੍ਰਾਹਮਣਾਂ ਨੂੰ ਦਾਨ ਕਰ ਚੁੱਕਾ ਸੀ, ਇਸ ਲਈ ਆਪ ਇੱਥੇ ਨਹੀਂ ਸੀ ਰਹਿੰਦਾ ਤੇ ਆਕਾਸ਼ ਵਿੱਚ ਜਾ ਕੇ ਵਿਸ਼ਰਾਮ ਕਰਦਾ ਸੀ। ਤੇ ਪਰਸ਼ੁਰਾਮ ਨੇ ਫਿਰ ਜਿਹੜਾ ਹੈ ਇਹ ਬਦਲਾ ਜੋ ਲੈਣਾ ਸੀ, ਉਹ ਤੇ ਇੱਕ ਬੰਦਾ ਸੀ ਸਹਿਸਭਾਉ, ਜਿਨੇ ਇਹਦੇ ਪਿਤਾ ਨੂੰ ਮਾਰਿਆ ਸੀ। ਪਰ ਉਸਦੇ ਬਦਲੇ ਲੈਣ ਪਿੱਛੇ ਉਹਨੇ ਸਾਰੀ ਧਰਤੀ ਹੀ ਜਿਹੜੀ ਸੀ ਖੱਤਰੀਆਂ ਤੋਂ ਰਹਿਤ ਕਰਨ ਦਾ ਪ੍ਰਣ ਲੈ ਲਿਆ ਤੇ 21 ਵਾਰੀ ਖੱਤਰੀ ਮਾਰ ਕੇ ਸਾਰੀ ਧਰਤੀ ਜਿਹੜੀ ਹੈ ਉਹਨਾਂ ਨੂੰ ਖੱਤਰੀਆਂ ਤੋਂ ਖਾਲੀ ਕਰ ਦਿੱਤੀ ਤੇ 5 ਵੱਡੇ ਤਲਾਬ ਉਸਨੇ ਖੂਨ ਨਾਲ ਭਰ ਦਿੱਤੇ। ਇਸ ਤੋਂ ਪਿੱਛੋਂ ਰਿਸ਼ੀ ਤਚੀਕ ਦੇ ਕਹਿਣ ਤੇ ਇਸਨੇ ਇਹ ਜਿਹੜੀ ਹੈ ਕਟਾ ਵੱਡੀ ਬੰਦ ਕੀਤੀ ਤੇ ਆਪ ਤਪ ਕਰਨ ਚਲਾ ਗਿਆ। ਇਹ ਜੋ ਪੁਰਾਣਕ ਕਥਾ ਹੈ ਪਰਸ਼ੁਰਾਮ ਦੇ ਬਾਰੇ 'ਚ, ਇਹ ਵੀ ਇਸ ਦੇ ਬਾਰੇ 'ਚ ਕਿਹਾ ਜਾਂਦਾ ਹੈ ਕਿ ਇਸ ਨੂੰ ਜਿਹੜਾ ਕੁਹਾੜਾ ਸੀਗਾ ਉਹ ਸ਼ਿਵ ਜੀ ਨੇ ਦਿੱਤਾ ਸੀਗਾ ਤੇ ਇਹ ਕਰਨ ਅਤੇ ਭੀਸ਼ਮ, ਕਰਨ ਦਾ ਜਿਹੜਾ ਸੀ ਇਹ ਗੁਰੂ ਵੀ ਸੀਗਾ, ਇਹਨੇ ਕਰਨ ਨੂੰ ਸ਼ਸਤਰ ਵਿਦਿਆ ਸਿਖਾਈ ਸੀ ਤੇ ਮਹਾਭਾਰਤ ਵਿੱਚ ਭੀਸ਼ਮ ਦੇ ਨਾਲ ਵੀ ਇਹਦਾ ਯੁੱਧ ਹੋਇਆ ਸੀਗਾ। ਪਰ ਇਹਦੀ ਲੰਬੀ ਉਮਰ ਇੰਨੀ ਕਹਾਣੀ ਕਹੀ ਜਿੱਤੀ ਜਾਂਦੀ ਹੈ ਕਿ ਰਾਮਾਇਣ ਦੇ ਵੇਲੇ ਵੀ ਮੌਜੂਦ ਸੀਗਾ ਤੇ ਰਾਮਚੰਦਰ ਜੀ ਜਿਹੜੇ ਸੀ, ਲੇਕਿਨ ਉਹਨਾਂ ਨੇ ਜਦੋਂ ਸ਼ਿਵ ਜੀ ਦਾ ਧਨੁਸ਼ ਤੋੜਿਆ ਤਾਂ ਪਰਸ਼ੁਰਾਮ ਨੂੰ ਬੜਾ ਗੁੱਸਾ ਆਇਆ ਤੇ ਉਹਨੇ ਕਿਹਾ ਕਿ ਮੇਰੇ ਧਨੁਸ਼ ਦਾ ਚਿੱਲਾ ਚੜਾ ਕੇ ਦਿਖਾਓ। ਤਾਂ ਸ੍ਰੀ ਰਾਮਚੰਦਰ ਜੀ ਨੇ ਇਹ ਵੀ ਸਹਿਜੇ ਹੀ ਚੜਾ ਦਿੱਤਾ ਤੇ ਫਿਰ ਤੀਰ ਮਾਰ ਕੇ ਪਰਸ਼ੁਰਾਮ ਦੀ ਜਿਹੜੀ ਸ਼ਕਤੀ ਸੀਗੀ ਉਹ ਖੋਹ ਲਈ ਤੇ ਜਿਹੜਾ ਉਹਦੀ ਜਿਹੜੀ ਤਾਕਤ ਸੀਗੀ ਉਹਦੇ ਕੁਹਾੜੇ ਦੀ ਉਹ ਖਤਮ ਕਰ ਦਿੱਤੀ। ਤਾਂ ਉਸੇ ਚੀਜ਼ ਦਾ ਰੈਫਰੈਂਸ ਇਸ ਲਾਈਨ ਦੇ ਅੰਦਰ ਭੱਟ ਕਲਸਹਾਰ ਜੀ ਨੇ ਦਿੱਤਾ ਹੈ ਕਿ ਗਾਵੇ ਜਮ ਦਗਨ ਪਰਸ਼ੁਰਾਮੇਸ਼ੁਰ ਕਰ ਕੁਠਾਰ ਰਗ ਤੇਜ ਹਰਿਓ। ਜਮ ਦਗਨ ਦਾ ਪੁੱਤਰ ਪਰਸ਼ੁਰਾਮ ਜਿਹੜਾ ਹੈ ਉਹ ਵੀ ਗੁਰੂ ਨਾਨਕ ਦੇਵ ਜੀ ਦੇ ਗੁਣ ਗਾ ਰਿਹਾ ਹੈ, ਜਿਹਦੇ ਹੱਥ ਦਾ ਕੁਹਾੜਾ ਤੇ ਜਿਹਦਾ ਪ੍ਰਤਾਪ ਰਘੂ ਯਾਨੀ ਰਾਮਚੰਦਰ ਜੀ ਨੇ ਖੋਹ ਲਿਆ ਸੀਗਾ। ਹਰਿਓ ਦਾ ਮਤਲਬ ਹੈ ਖੋਹ ਲੈਣਾ। ਤਾਂ ਇਹ ਭੱਟਾਂ ਦੇ ਸਵਈਆਂ ਦੇ ਅੰਦਰ ਨੇ ਇਹ ਚੀਜ਼ ਤੁਹਾਨੂੰ ਬਾਰ-ਬਾਰ ਨਜ਼ਰ ਆਏਗੀ ਕਿ ਪੁਰਾਣਕ ਕਥਾਵਾਂ ਦਾ, ਪੁਰਾਣਕ ਸ਼ਖਸੀਅਤਾਂ ਦਾ ਰੈਫਰੈਂਸ ਭੱਟ ਦਿੰਦੇ ਹਨ ਗੁਰੂ ਨਾਨਕ ਦੀ ਵਡਿਆਈ ਕਰਨ ਵਾਸਤੇ। ਤਾਂ ਜਿਵੇਂ ਕਪਿਲ ਰਿਸ਼ੀ ਦਾ ਨਾਮ ਲਿਆ ਹੈ ਤਾਂ ਉਵੇਂ ਹੀ ਇਹ ਪਰਸ਼ੁਰਾਮ ਦਾ ਵੀ ਨਾਮ ਲਿਆ ਹੈ। ਵੀ ਪਰਸ਼ੁਰਾਮ ਦੇ ਬਾਰੇ ਵਿੱਚ ਬ੍ਰਾਹਮਣਾਂ ਦੇ ਮਨਾਂ ਦੇ ਵਿੱਚ ਖਾਸ ਜਿਹੜਾ ਸੀ ਸਤਿਕਾਰ ਸੀ ਕਿ ਉਹਨੇ ਬ੍ਰਾਹਮਣਾਂ ਨੂੰ ਸਮਝੋ ਇੰਨਾ ਜ਼ਿਆਦਾ ਆਦਰ ਮਾਨ ਦਿੱਤਾ ਕਿ ਖੱਤਰੀਆਂ ਨੂੰ ਖਤਮ ਕਰ ਦਿੱਤਾ ਤੇ ਸਾਰੀ ਪ੍ਰਿਥਵੀ ਜਿਹੜੀ ਹੈ ਉਹ ਬ੍ਰਾਹਮਣਾਂ ਨੂੰ ਦਾਨ ਕਰ ਦਿੱਤੀ। ਤੋ ਉਹਦੇ ਕੁਹਾੜੇ ਦਾ ਜਿਹੜਾ ਹੈ ਮੰਨਿਆ ਜਾਂਦਾ ਸੀਗਾ ਕਿ ਵੀ ਬਹੁਤ ਬਲ ਸੀ ਉਹਦੇ ਕੁਹਾੜੇ ਦੇ ਅੱਗੇ, ਕੋਈ ਟਿਕ ਨਹੀਂ ਸੀ ਸਕਦਾ। ਪਰ ਰਾਮਚੰਦਰ ਜੀ ਨੇ ਜਿਹੜਾ ਹੈ ਉਹਦੇ ਕੁਹਾੜੇ ਦੀ ਸ਼ਕਤੀ ਜਿਹੜੀ ਸੀ ਖੋਹ ਲਈ। ਅਗਲੀ ਲਾਈਨ ਵਿੱਚ ਫਿਰ ਹੁਣ ਭੱਟ ਖਾਲਸਾਰ ਜੀ ਕਹਿੰਦੇ ਹਨ ਕਿ ਉਦੋ ਅਕਰੂਰ ਬਿਦਰ ਗੁਣ ਗਾਵੈ ਸਰਬਾਤਮ ਜਿਨ ਜਾਣਿਓ। ਉਦੋ ਤੇ ਅਕਰੂਰ ਇਹ ਦੋਨੋਂ ਵੀ ਕ੍ਰਿਸ਼ਨ ਜੀ ਦੇ ਭਗਤ ਸਨ, ਰਿਸ਼ਤੇ ਵਿੱਚ ਉਹਨਾਂ ਦੇ ਚਾਚੇ ਲੱਗਦੇ ਸਨ। ਉਦੋ ਵੀ ਅਤੇ ਅਕਰੂਰ ਵੀ ਕ੍ਰਿਸ਼ਨ ਜੀ ਦੇ ਚਾਚੇ ਰਿਸ਼ਤੇ ਵਿੱਚ ਲੱਗਦੇ ਸਨ ਪਰ ਹੈ ਕ੍ਰਿਸ਼ਨ ਜੀ ਦੇ ਭਗਤ ਸਨ ਤੇ ਉਹਨਾਂ ਦੀ ਭਗਤੀ ਜਿਹੜੀ ਹੈ ਉਹਦੀ ਮਹਾਨਤਾ ਲੋਕਾਂ ਦੇ ਮਨਾਂ ਵਿੱਚ ਬਹੁਤ ਮੰਨੀ ਹੋਈ ਸੀ ਤੇ ਲੋਕ ਉਹਨਾਂ ਦਾ ਇੱਜ਼ਤ ਮਾਣ ਕਰਦੇ ਸੀ, ਉਹਨਾਂ ਨੂੰ ਚੰਗਾ ਭਲਾ ਪੁਰਸ਼ ਜਾਣਦੇ ਸੀ। ਬਿਦਰ ਜਿਹੜਾ ਹੈ ਉਹ ਵੀ ਮਹਾਭਾਰਤ ਦੀ ਸ਼ਖਸੀਅਤ ਹੈ, ਜਿਹੜਾ ਇਹਨਾਂ ਦਾ ਹੀ ਆਪਣਾ ਭਰਾ ਸੀਗਾ। ਚਲੋ ਨਾਮ ਹੀ ਭੁੱਲ ਗਏ ਨੇ ਮੈਨੂੰ। ਤੇ ਇਹ ਪਰ ਇਹ ਦਾਸੀ ਦੇ ਪੇਟ ਤੋਂ ਪੈਦਾ ਹੋਇਆ ਸੀ ਤੇ ਪ੍ਰੀਸ਼ਦ ਰਿਸ਼ੀ ਦੇ ਕਿਰਪਾ ਦੇ ਨਾਲ। ਤੇ ਪਰ ਇਹ ਸਿਆਣਾ ਇੰਨਾ ਸੀਗਾ ਕਿ ਇਸ ਨੂੰ ਭੀਸ਼ਮ ਪਿਤਾਮਾ ਨੇ ਆਪਣੇ ਦਰਬਾਰ ਦੇ ਵਿੱਚ ਉਚੇਚਾ ਸਨਮਾਨ ਦਿੱਤਾ ਸੀਗਾ ਤੇ ਧ੍ਰਿਤਰਾਸ਼ਟਰ ਦੇ ਰਾਜ ਵੇਲੇ ਵੀ ਇਹਦੇ ਕੋਲੋਂ ਹੀ ਹਮੇਸ਼ਾ ਸਲਾਹ ਲਈ ਜਾਂਦੀ ਸੀ ਕੋਈ ਵੀ ਕੰਮ ਕਰਨ ਵਾਸਤੇ। ਹਾਲਾਂਕਿ ਇਹਨੇ ਮਹਾਭਾਰਤ ਦੀ ਲੜਾਈ ਦੇ ਵਿਰੋਧ ਵਿੱਚ ਆਪਣਾ ਸੁਝਾਅ ਦਿੱਤਾ ਸੀਗਾ ਪਰ ਉਸ ਵੇਲੇ ਦੁਰਯੋਧਨ ਜਿਹੜਾ ਸੀ ਉਹ ਆਪਣੇ ਹੰਕਾਰ ਵਿੱਚ ਮਸਤ ਹੋਇਆ ਉਹਨੇ ਕਿਸੇ ਦੀ ਨਹੀਂ ਸੁਣੀ, ਨਾ ਬਿਦਰ ਦੀ ਤੇ ਨਾ ਕ੍ਰਿਸ਼ਨ ਜੀ ਦੀ। ਪਰ ਬਿਦਰ ਨੂੰ ਕ੍ਰਿਸ਼ਨ ਜੀ ਦੀ ਭਗਤੀ ਕਰਕੇ ਵੀ ਜ਼ਿਆਦਾ ਜਾਣਿਆ ਜਾਂਦਾ ਹੈ ਔਰ
ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਵੀ ਜ਼ਿਕਰ ਆਂਦਾ ਹੈ ਕਿ ਜਦੋਂ ਕ੍ਰਿਸ਼ਨ ਜੀ ਹਸਤਨਾਪੁਰ ਆਏ ਤੇ ਉਹਨਾਂ ਨੇ ਦੁਰਯੋਧਨ ਦੇ ਘਰ ਠਹਿਰਨ ਦੀ ਬਜਾਏ ਵਿਦਰ ਦੇ ਘਰ ਠਹਿਰਨਾ ਜਿਹੜਾ ਹੈ ਉਹ ਜ਼ਿਆਦਾ ਪਸੰਦ ਕੀਤਾ। ਤੋ ਐਸੇ ਵਿਦਰ ਦੀ ਗੱਲ ਕਰਕੇ ਭੱਟ ਕਲਸਹਾਰ ਜੀ ਕਹਿੰਦੇ ਹਨ ਕਿ ਉਧੋ ਅਕਰੂਰ ਵਿਦਰ ਗੁਣ ਗਾਵੇ ਸਰਬਾਤਮ ਜਿਨ ਜਾਣਿਓ। ਇਹ ਲਾਈਨ ਜਿਹੜੀ ਸੈਕੰਡ ਪਾਰਟ ਜਿਹੜਾ ਹੈ ਸਰਬਾਤਮ ਜਿਨ ਜਾਣਿਓ, ਇਹ ਗੁਰੂ ਨਾਨਕ ਪਾਤਸ਼ਾਹ ਵਾਸਤੇ ਆਈ ਹੈ ਕਿ ਜਿਸ ਗੁਰੂ ਨਾਨਕ ਨੇ ਉਸ ਸਰਬ ਵਿਆਪਕ ਹਰੀ ਨੂੰ ਜਾਣ ਲਿਆ। ਸਰਬਾਤਮ ਦਾ ਭਾਵ ਹੈ ਸਰਬ ਵਿਆਪਕ ਹਰੀ। ਸਰਬਾਤਮ ਜਿਨ ਜਾਣਿਓ, ਜਿਸ ਗੁਰੂ ਨਾਨਕ ਨੇ ਸਰਬਾਤਮ ਨੂੰ ਜਾਣਿਆ, ਪਰਮਾਤਮਾ ਨੂੰ ਜਾਣਿਆ, ਭਾਵ ਪਰਮਾਤਮਾ ਦੇ ਨਾਲ ਜਿਹੜੇ ਇਕਮਿਕ ਹੋ ਗਏ, ਜਿਹਦੇ ਨਾਲ ਉਹਨਾਂ ਦੀ ਡੂੰਘੀ ਸਾਂਝ ਸੀਗੀ, ਤਾਂ ਐਸੇ ਗੁਰੂ ਨਾਨਕ ਦਾ ਗੁਣ ਗਾਉਂਦੇ ਹਨ ਉਦੋਂ ਅਕਰੂਰ ਅਤੇ ਬਿਦਰ। ਐਸੇ ਹੀ ਗੁਰੂ ਨਾਨਕ ਦੇ ਗੁਣ ਮੈਂ ਵੀ ਗਾਉਂਦਾ ਹਾਂ। ਕਵੀ ਕਲ ਕਹਿੰਦਾ ਹੈ ਕਬ ਕਲ ਸੁਜਸ ਗਾਵੋ ਗੁਰੂ ਨਾਨਕ ਰਾਜ ਜੋਗ ਜਿਨ ਮਾਨਿਓ। ਕਵੀ ਕਲ ਕਹਿੰਦਾ ਹੈ ਕਿ ਮੈਂ ਵੀ ਉਸ ਗੁਰੂ ਨਾਨਕ ਦਾ ਸੋਹਣਾ ਜਸ ਕਹਿੰਦਾ ਹਾਂ, ਗਾਉਂਦਾ ਹਾਂ, ਜਿਸਨੇ ਰਾਜ ਤੇ ਯੋਗ ਦੋਨੋਂ ਹੀ ਮਾਣੇ ਹਨ। तो ये वाली लाइन जो है वो बार बार रिपीट कर रहा है। पिछले सवैये च भी आई सी, इस सवैये दे विच भी उही गल उन्हें लाइन फिर यूज की है। कब कल सुजस गावो गुरु नानक राज जोग जिन मानियो। हुण अगला सवैया जिहड़ा है पंजवां, ਉਹਦੇ ਵਿੱਚ ਗੱਲ ਸ਼ੁਰੂ ਕਰਦਾ ਹੈ ਗਾਵੇਂ ਗੁਣ ਬਰਨ ਚਾਰ ਖਟ ਦਰਸ਼ਨ ਬ੍ਰਹਮਾਦਿਕ ਸਿਮਰੰਤ ਗੁਣਾ ਗਾਵੇ ਗੁਣ ਸ਼ੇਸ਼ सहस जेबा रस आद अंत लिव लाग तुना गावे गुण महादेव बैरागी जिन ध्यान निरंतर जानियो कब कल सुजस गावो गुरु नानक राज जोग जिन मानियो। गावे गुण वर्ण चार, चारे वर्ण भाव ब्राह्मण क्षत्रिय वैश ਤੇ ਸ਼ੂਦਰ, ਚਾਰੋਂ ਹੀ ਵਰਨਾਂ ਦੇ ਲੋਕ। ਤੋਂ ਸਨਾਤਨ ਮਤ ਦੇ ਅੰਦਰ ਇਹ ਚਾਰ ਵਰਨਾਂ ਦੀ ਗੱਲ ਆਂਦੀ ਹੈ। ਤੋਂ ਚਾਰੋਂ ਵਰਨ ਕਹਿਣ ਤੋਂ ਉਹਨਾਂ ਦਾ ਭਾਵ ਇਹ ਹੈ ਕਿ ਬਈ ਸਾਰੀ ਸ੍ਰਿਸ਼ਟੀ, ਸਾਰੀ ਲੁਕਾਈ, ਕਿਉਂਕਿ ਉਹਨਾਂ ਨੇ ਤਾਂ ਸਾਰੀ ਲੁਕਾਈ ਨੂੰ ਹੀ ਇਹਨਾਂ ਚਾਰ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਹੈ, ਚਾਰ ਵਰਨਾਂ ਦੇ ਵਿੱਚ ਵੰਡਿਆ ਹੋਇਆ ਹੈ। ਤੇ ਜਦੋਂ ਚਾਰ ਵਰਨ ਕਹੇ ਜਾਂਦੇ ਹਨ ਤਾਂ ਉਹਦਾ ਭਾਵ ਹੈ ਕਿ ਸਾਰੀ ਲੁਕਾਈ, ਸਾਰੀ ਸ੍ਰਿਸ਼ਟੀ ਜਿਹੜੀ ਹੈ ਉਹੀ ਗੁਰੂ ਨਾਨਕ ਦੇ ਗੁਣ ਗਾਉਂਦੀ ਹੈ। तो कहता है गावे गुण वर्ण चार। फिर अगों कहता है खट दर्शन। खट का अर्थ होंदा है छे, ते दर्शन का भाव है भेख। छे तरह के जिहड़े दर्शनां नूं मनण वाले, छे तरह की फिलोसफी नूं मनण वाले, जिन्हां दे वक्खो वखरे छे वेशभूषा हुंदी है, अपना वखरा वखरा भेख धारण करते हैं। इन्हां छेयां दे जो नाम आए हैं वो हैं जोगी, जंगम, सरेवड़े, सन्यासी आदि। तो ये सारे भी जड़े हैं ये भी गुरु नानक दी वडियाई करते हैं। तो गावे गुण वरण चार खट दर्शन, फिर ब्रह्मादिक सिमरंत गुना। ब्रह्मा आदिक भी गुरु नानक दे गुना नूं सिमरते हैं, चेते करते हैं। फिर अगे कहते हैं गावे गुण शेष सहस जेबा, जिहदियां 1000 जेबां ने। शेषनाग, शेषनाग के बारे च मशहूर है कि वो 1000 फन हैं। ये ऐसा सप है जिहदे 1000 सिर हैं, 1000 उहदियां जेबां हैं, जिन्हां दे नाल वो गुरु नानक दे गुण गांदा है। वैसे पुराणक मनौत जिहड़ी है वो ये है कि शेषनाग जिहड़ा है उसनूं ड्यूटी दित्ती गई कि तू धरती नूं अपने सिर दे उत्ते संभालना है। ते उहने फिर ये आख्या जी कि मेरी छुट्टी कदों मिलेगी मैनूं। तो कहते भी तू ही दस दे, तू कदों तक सिर इहनूं धरती संभाल सकता है। वो कहता मैं तो तुहाडे गुण गांदा हाँ, जदों तुहाडे गुण पूरे हो जाणगे ते तुसीं इह ड्यूटी किसी होर नूं दे देना। तो विष्णु जी ने मान लिया भी ठीक है। तो वो कहते हैं कि उन्हें सोचिया कि मेरिया 1000 जीबां ने ते मैं इक्को वक्त 1000 नाम ले लवांगा तो फटाफट मेरा काम पूरा हो जाएगा। पर कहते ज्यों ज्यों परमात्मा के गुण गान लगा उन्होंने होर होर सिफतां वडियाइयां सूझियां गईयां तो अज तक गुण गा रहा है। तो ये पुराणक जो है कहानी है वो बारे तो कहते हैं कि अज तक जड़ा है वो धरती का भार वो शेषनाग के सिर ते ही है। तो ये प्रचलित मनौत है
ਪਰ ਇਹ ਗੱਲ ਤਾਂ ਉਹਦੇ ਬਾਰੇ ਜਿਹੜੀ ਹੈ ਉਹਦਾ ਜਿਹੜੀ ਕੁਆਲਿਟੀ ਹੈ ਕਿ ਉਹਦੀਆਂ 1000 ਜੇਬਾਂ ਨੇ। ਤਾਂ ਭੱਟ ਖਾਲਸਾਹਾਰ ਜੀ ਕਹਿੰਦੇ ਨੇ ਕਿ ਗਾਵੇ ਗੁਣ ਸ਼ੇਸ਼ ਸਹਿਜ ਜੇਬਾ, ਇੱਕ ਰਸ ਉਹ ਪ੍ਰੇਮ ਦੇ ਨਾਲ ਧੁਨੀ ਲਗਾ ਕੇ ਤੇ ਉਹ ਵੀ ਗੁਰੂ ਨਾਨਕ ਦੇ ਗੁਣ ਗਾ ਰਿਹਾ ਹੈ। ਆਦ ਅੰਤ ਲਿਵ ਲਾਗ ਧੁਨਾ, ਲਗਾਤਾਰ ਸ਼ੁਰੂ ਤੋਂ ਲੈ ਕੇ ਅੰਤ ਤੱਕ ਇੱਕ ਰਸ ਉਹ ਪੂਰੀ ਸੁਰਤ ਜੋੜ ਕੇ ਤੇ ਗੁਰੂ ਨਾਨਕ ਦੇ ਗੁਣ ਗਾ ਰਿਹਾ ਹੈ। ਆਦ ਅੰਤ ਲਿਵ ਲਾਗ ਧੁਨਾ, ਹਜ਼ਾਰਾਂ ਜੀਬਾਂ ਦੁਆਰਾ ਪ੍ਰੇਮ ਨਾਲ ਇੱਕ ਰਸ ਲਿਵ ਦੀ ਧੁਨੀ ਲਗਾ ਕੇ ਗੁਰੂ ਨਾਨਕ ਦੇ ਗੁਣ ਗਾ ਰਿਹਾ ਹੈ। ਫਿਰ ਅੱਗੇ ਕਹਿੰਦੇ ਹਨ ਕਿ ਗਾਵੇ ਗੁਣ ਮਹਾਦੇਵ ਬੈਰਾਗੀ। ਮਹਾਦੇਵ ਸ਼ਿਵ ਜੀ ਦਾ ਹੀ ਨਾਮ ਹੈ ਤੇ ਉਸ ਨੂੰ ਬੈਰਾਗੀ ਵੀ ਕਿਹਾ ਜਾਂਦਾ ਹੈ ਕਿਉਂਕਿ ਉਹ ਦੁਨੀਆਦਾਰੀ ਦੇ ਵਾਲੇ ਅਸੂਲਾਂ ਨੂੰ ਨਹੀਂ ਪਾਲਦਾ ਔਰ ਉਹ ਨੰਗ ਧੜੰਗ ਫਿਰਦਾ ਰਹਿੰਦਾ ਹੈ, ਨਸ਼ੇ ਕਰਦਾ ਹੈ, ਗਲੇ ਵਿੱਚ ਸੱਪ ਲਟਕਾਈ ਫਿਰਦਾ ਹੈ, ਤਾਂ ਉਹਨੂੰ ਬੈਰਾਗੀ ਕਿਹਾ ਜਾਂਦਾ ਹੈ। तो गावे गुण महादेव बैरागी जिन ध्यान निरंतर जानियो। ਇਹ ਵੀ शिव जी ਦੇ ਬਾਰੇ ਬੜਾ ਇੱਕ ਮਨੋਤ ਹੈ ਕਿ ਉਹਦਾ ਧਿਆਨ ਜਿਹੜਾ ਹੈ ਉਹ ਬੜਾ ਗਹਿਰਾ ਹੈ। ਅਗਲੇ ਕਿਸਵਈਏ ਦੇ ਵਿੱਚ ਵੀ ਕਿਤੇ ਇੱਕ ਪੱਟ ਹੋਰ ਵੀ ਉਸ ਤਰ੍ਹਾਂ ਹੀ ਗੱਲ ਕਰਦਾ ਹੈ, ਰੁਦਰ ਧਿਆਨ ਦੀ ਗੱਲ ਕਰਦਾ ਹੈ। ਰੁਦਰ ਵੀ शिव जी ਦਾ ਹੀ ਨਾਮ ਹੈ ਤੇ ਰੁਦਰ ਧਿਆਨ ਜਿਹੜਾ ਹੈ ਉਹ ਮੰਨਿਆ ਜਾਂਦਾ ਵੀ ਬੜੀ ਟਿਕਾ ਕੇ ਜਿਹਦੀ ਸਮਾਧੀ ਲੱਗਦੀ ਹੈ ਨਾ, ਉਹ ਉਹਨੂੰ ਰੁਦਰ ਧਿਆਨ ਕਿਹਾ ਜਾਂਦਾ। ਇਵੇਂ ਹੀ ਇੱਥੇ ਵੀ ਭੱਟ ਖਾਲਸਾਹਾਰ ਜੀ ਕਹਿ ਰਹੇ ਨੇ ਕਿ ਗਾਵੇ ਗੁਣ ਮਹਾਦੇਵ ਬੈਰਾਗੀ ਜਿਨ ਧਿਆਨ ਨਿਰੰਤਰ ਜਾਣਿਓ। ਜਿਨੇ ਇੱਕ ਰਸ ਬਿਰਤੀ ਜੋੜ ਕੇ ਪਰਮਾਤਮਾ ਨੂੰ ਪਛਾਣਿਆ ਹੈ, ਐਸਾ ਸ਼ਿਵ ਜਿਹੜਾ ਬੈਰਾਗੀ ਹੈ ਮਹਾਦੇਵ, ਉਹ ਵੀ ਗੁਰੂ ਨਾਨਕ ਦੇ ਗੁਣ ਗਾ ਰਿਹਾ ਹੈ। ਤੋ ਇਸ ਲਈ ਕਬ ਕਲ ਸੁਜਸ ਗਾਵੋ ਗੁਰੂ ਨਾਨਕ ਰਾਜ ਜੋਗ ਜਿਨ ਮਾਨਿਓ। ਮੈਂ ਕਵੀ ਕੱਲ ਮੈਂ ਵੀ ऐसे गुरु नानक ਦੇ ਸੋਹਣੇ ਗੁਣ ਗਾ ਰਿਹਾ ਹਾਂ ਜਿਸਨੇ ਰਾਜ ਤੇ ਜੋਗ ਮਾਨਿਆ ਹੈ। तो ये गल दोहरा रहा है तीजे चौथे पंजवें सोइए लगातार आ रही है कि मैं उस गुरु नानक ਦੇ गुण मैं भी गांदा हाँ जिसने राज ते जोग मानिया है। ਭੱਟਾਂ ਦੇ ਵਾਸਤੇ ਇੱਕ ਬੜੀ ਹੈਰਾਨਕੁਨ ਗੱਲ ਸੀ ਕਿ ਕੋਈ ਬੰਦਾ ਗ੍ਰਸਤੀ ਹੁੰਦਿਆਂ ਹੋਇਆਂ ਵੀ परमात्मा की जिंदगी दे विच जुड़िया रह सकता है। तो इस तो बाद अगला सोइया नंबर 6, गुण गावे सनकाद आद जनकाद जुगे लग, धन धन गुर धन जन्म सकयथ भलो जग, पातालपुरी जयकार धुन कब जन कल वखाणियो, हर नाम रसक नानक गुर राज जोग तय मान्यो। हाँ जी, कनेक्शन मेरा दोबारा आ गया है, 1 मिनट। फिर जो आवाज सुन पा रहे हो?
वीर जी आवाज सुन पा रहे हो आप जी? हाँ जी, मेरा म्यूट हो गया ਸੀਗਾ ਤੇ ਦੁਬਾਰਾ ਫਿਰ अनम्यूट हो नहीं पाया मेरे को। मैं सोचा कि कनेक्शन मेरा दोबारा हो गया तो मैं इत्थों करना शुरू नहीं कर। आप जी डिस्कनेक्ट हो गए सी। हाँ जी, हाँ जी, तो फिर हम चलो हुन वापस आंदे हैं। हाँ जी तो मैं 6वें सवैये तो दोबारा तो शुरू कर रहा हाँ। 5वें तक गल ठीक आ गई सी क्लियर? हाँ जी हाँ जी तो 6वें मैं तो शुरू। एक सेकंड में 6वें सवैये तो दोबारा शुरू कर रहे हैं। राज जोग मान्यो बस्यो निर्वैर विदंतर सृष्ट सगल उधरी नाम ले तरयो विदंतर नाम ले तरयो निरंतर गुण गावे सनकाद आद जनकाद जुगै लग धन धन गुर धन जन्म सखियत भलो जग पातालपुरी जयकार धुन कब जन कल बखाणियो हर नाम रसक नानक गुर राज जोग तै मान्यो। तो 6वें ਸਵਈਏ ਦੇ ਆਰੰਭ ਵਿੱਚ ਭੱਟ ਖਾਲਸਾ ਜੀ ਕਹਿੰਦੇ ਹਨ ਕਿ ਰਾਜ ਜੋਗ ਮਾਨਿਓ ਬਸਿਓ ਨਿਰਵੈਰ ਰਿਦੰਤਰ। ਜਿੱਥੇ 5ਵੇਂ ਸਵਈਏ 'ਚ ਗੱਲ ਖਤਮ ਕੀਤੀ ਸੀ ਰਾਜ ਜੋਗ ਦੀ, ਉੱਥੋਂ ਹੀ ਅੱਗੇ 6ਵੇਂ ਸਵਈਏ 'ਚ ਗੱਲ ਸ਼ੁਰੂ ਕਰਦੇ ਹਨ ਕਿ ਗੁਰੂ ਨਾਨਕ ਨੇ ਰਾਜ ਵੀ ਮਾਨਿਆ ਹੈ ਤੇ ਜੋਗ ਵੀ ਮਾਨਿਆ ਹੈ। ਤੇ ਬਸਿਓ ਨਿਰਵੈਰ ਰਿਦੰਤਰ, ਉਹ ਨਿਰਵੈਰ ਅਕਾਲ ਪੁਰਖ ਉਹਨਾਂ ਦੇ ਹਿਰਦੇ ਦੇ ਅੰਦਰ ਵਸਿਆ ਹੋਇਆ ਹੈ। ਇੱਕ ਰਸ ਵਸ ਰਿਹਾ ਹੈ, ਨਿਰੰਤਰ ਲਗਾਤਾਰ ਉਹਨਾਂ ਦੇ ਹਿਰਦੇ ਦੇ ਵਿੱਚ ਵਸਿਆ ਹੋਇਆ ਹੈ। ਸ੍ਰਿਸ਼ਟ ਸਗਲ ਉਦਰੀ ਨਾਮ ਲੈ ਤਰਿਓ ਨਿਰੰਤਰ। ਤੇ ਜਿਹੜਾ ਵੀ ਗੁਰੂ ਨਾਨਕ ਦੇਵ ਜੀ ਦੇ ਨਾਲ ਜੁੜਦਾ ਹੈ ਉਸ ਨੂੰ ਵੀ ਉਹ ਨਾਮ ਦੀ ਬਰਕਤ ਦੇ ਨਾਲ ਤਾਰ ਲੈਂਦੇ ਹਨ। ਆਪ ਤਾਂ ਉਹ ਤਰੇ ਹੀ ਹਨ, ਪਰ ਦੂਜਿਆਂ ਨੂੰ ਵੀ ਨਾਮ ਦੀ ਬਰਕਤ ਦੇ ਨਾਲ ਸਾਰੇ ਸ੍ਰਿਸ਼ਟੀ ਨੂੰ ਵੀ ਉਹ ਤਾਰ ਲੈਂਦੇ ਹਨ। ਸ੍ਰਿਸ਼ਟ ਸਗਲ ਉਧਰੀ ਨਾਮ ਲੈ ਤਰਿਓ ਨਿਰੰਤਰ। ਗੁਰੂ ਨਾਨਕ ਆਪ ਤਾਂ ਪ੍ਰਭੂ ਦੇ ਨਾਮ ਨਾਲ ਜੁੜਿਆ ਹੋਇਆ ਇਸ ਸੰਸਾਰ ਸਾਗਰ ਤੋਂ ਤਰਿਆ ਹੀ ਹੋਇਆ ਹੈ, ਪਰ ਜਿਹੜੇ ਵੀ ਉਹਦੇ ਨਾਲ ਗੁਰੂ ਨਾਨਕ ਦੇ ਨਾਮ ਦੇ ਨਾਲ ਜੁੜੇ ਹਨ ਉਹਨਾਂ ਨੂੰ ਵੀ ਗੁਰੂ ਨਾਨਕ ਨੇ ਨਾਮ ਦੀ ਬਰਕਤ ਦੇ ਨਾਲ ਤਾਰ ਦਿੱਤਾ ਹੈ। ਆਪ ਮਾਇਆ ਦੇ ਪ੍ਰਭਾਵ ਤੋਂ ਉਹਨਾਂ ਨੂੰ ਵੀ ਉੱਚੇ ਚੁੱਕ ਦਿੱਤਾ ਹੈ। ਇਹ ਗੱਲ ਕਰਕੇ ਤੇ ਫਿਰ ਹੁਣ ਅੱਗੋਂ ਫਿਰ ਤੋਂ ਉਹ ਮਿਥਿਹਾਸਕ ਹਸਤੀਆਂ ਦੀ ਗੱਲ ਫਿਰ ਕਰਦਾ ਹੈ। ਗੁਣ ਗਾਵੇਂ ਸਨਕਾਦ ਆਦ ਜਨਕਾਦ ਜੁਗੈ ਲਗ। ਸਨਕਾਦ, ਸਨਕ ਆਦਿਕ ਕੋਈ ਜਿਨ੍ਹਾਂ ਦੇ ਨਾਮ ਪਹਿਲਾਂ ਵੀ ਆਏ, ਸਨਕ, ਸਨੰਤਨ, ਸਨਤ ਕੁਮਾਰ, ਸਨਾਤਨ, ਇਹ ਚਾਰੋਂ ਬ੍ਰਹਮੇ ਦੇ ਪੁੱਤਰ ਹਨ। ਤੋਂ ਇਹਨਾਂ ਦੇ ਨਾਮ ਲੈ ਕੇ ਕਹਿੰਦਾ ਹੈ ਕਿ ਸਨਕ ਆਦਿਕ ਵੀ ਅਤੇ ਜਨਕ ਆਦ, ਜਨਕ ਆਦਿਕ ਰਿਸ਼ੀ। ਜਨਕ ਹੀ ਇਕਲੌਤਾ ਇੱਕ ਐਸਾ ਰਾਜਾ ਇਹਨਾਂ ਦੇ ਇਤਿਹਾਸ ਦੇ ਵਿੱਚ ਹੋਇਆ ਹੈ ਜੋ ਰਾਜਾ ਵੀ ਸੀ ਤੇ ਰਿਸ਼ੀ ਵੀ ਸੀ। ਤਾਂ ਇਸੇ ਲਈ ਅੱਗੇ ਸਵਈਏ ਜਿਹੜੇ ਆਉਣਗੇ ਉਹਨਾਂ ਦੇ ਵਿੱਚ ਬੜੀ ਵਾਰੀ ਭੱਟ ਇਸ ਗੱਲ ਨੂੰ ਵੀ ਰਿਪੀਟ ਕਰਨਗੇ ਕਿ ਤੂੰ ਜਨਕ ਰਾਜ ਵਰਤਾਇਆ। ਗੁਰੂ ਸਾਹਿਬਾਨ ਦੀ ਸਿਫਤ ਕਰਦਿਆਂ ਹੋਇਆਂ ਇਹ ਲਫ਼ਜ਼ ਇਸਤੇਮਾਲ ਕਰਦੇ ਹਨ ਕਿ ਤੁਸੀਂ ਜਨਕ ਰਾਜ ਵਰਤਾਇਆ ਹੈ, ਕਿ ਜਿਵੇਂ ਜਨਕ ਰਾਜਾ ਵੀ ਸੀ ਤੇ ਜੋਗੀ ਵੀ ਸੀ। ਤੋ ਇੱਥੇ ਵੀ ਜਨਕ ਦੀ ਗੱਲ ਕਰਦੇ ਹੋਇਆ ਕਹਿੰਦੇ ਹਨ ਕਿ ਜਨਕ ਆਦਿਕ ਰਿਸ਼ੀ ਜਿਹੜੇ ਹਨ ਉਹ ਵੀ ਕਈ ਯੁਗਾਂ ਤੋਂ ਗੁਰੂ ਨਾਨਕ ਦੇ ਗੁਣ ਗਾ ਰਹੇ ਹਨ। ਗਾਵੇਂ ਗੁਣ ਗਾਵੇਂ ਸਨਕਾਦ ਆਦ ਚਨਕਾਦ ਜੁਗਾ ਲਗ। ਆਦ ਤੋਂ ਹੀ ਜੁਗਾ ਲਗ, ਜੁਗਾ ਜੁਗਾ ਤੋਂ ਹੀ ਉਹ ਗੁਰੂ ਨਾਨਕ ਦੇਵ ਜੀ ਦੇ ਗੁਣ ਗਾ ਰਹੇ ਹਨ। ਧੰਨ ਧੰਨ ਗੁਰ ਧੰਨ ਜਨਮ ਸਕਿਅਥ ਭਲੋ ਜਗ।
ਤੋ ਗੁਰੂ ਨਾਨਕ ਜੀ ਧੰਨ ਹਨ ਤੇ ਉਹਨਾਂ ਦਾ ਜਨਮ ਲੈਣਾ ਜਗਤ ਦੇ ਅੰਦਰ ਉਹ ਸਕਯਥ ਹੈ, ਭਾਵ ਸਕਾਰਥਾ ਹੈ, ਸਫਲ ਹੈ। ਸਕਯਥ ਦਾ ਜੋ ਲਫ਼ਜ਼ੀ ਮਾਨਾ ਹੈ ਉਹ ਹੈ ਸਕਾਰਥਾ ਜਾਂ ਸਫਲ, ਜਿਨ੍ਹਾਂ ਦਾ ਆਉਣਾ ਸਫਲ ਹੋਇਆ ਹੈ। ਗੁਰੂ ਨਾਨਕ ਦਾ ਇਸ ਯੁੱਗ ਦੇ ਵਿੱਚ ਇਸ ਜਗਤ ਦੇ ਵਿੱਚ ਜਨਮ ਲੈਣਾ ਸਫਲ ਹੈ, ਕਿਉਂਕਿ ਉਹ ਆਪ ਤਾਂ ਪ੍ਰਮਾਤਮਾ ਦੇ ਨਾਲ ਇਕਮਿਕ ਹੋਏ ਹਨ, ਪਰ ਉਹਨਾਂ ਨੇ ਆ ਕੇ ਸਾਰੀ ਸ੍ਰਿਸ਼ਟੀ ਨੂੰ ਹੀ ਨਾਮ ਦੇ ਨਾਲ ਜੋੜਿਆ ਹੈ, ਜਿਸ ਨਾਲ ਸ੍ਰਿਸ਼ਟੀ ਦਾ ਵੀ ਭਲਾ ਹੋਇਆ ਹੈ। ਜਿਹੜੀ ਗੱਲ ਉਹਨੇ ਆਰੰਭ ਦੇ ਵਿੱਚ ਕੀਤੀ ਹੈ ਕਿ ਸ੍ਰਿਸ਼ਟ ਸਗਲ ਉਧਰੀ ਨਾਮ ਲੈ ਤਰਿਓ ਨਿਰੰਤਰ। ਗੁਰੂ ਨਾਨਕ ਨੇ ਆਪ ਦਾ ਨਾਮ ਜਪ ਕੇ ਤਰੇ ਹੀ ਹੋਏ ਹਨ ਤੇ ਸਾਰੀ ਸ੍ਰਿਸ਼ਟੀ ਨੂੰ ਵੀ ਉਹਨਾਂ ਦੇ ਨਾਮ ਦੀ ਬਰਕਤ ਨਾਲ ਤਾਰਿਆ ਹੈ। ਤਾਂ ਇਸੇ ਹੀ ਭਾਵ ਨੂੰ ਇਸ ਅਗਲੀ ਪੰਕਤੀ 'ਚ ਵੀ ਕਹਿੰਦਾ ਹੈ ਕਿ ਧੰਨ ਧੰਨ ਗੁਰੂ ਧੰਨ ਜਨਮ ਸਕਯਥ ਭਲੋ ਜਗ। ਇਸ ਜਗਤ ਦੇ ਵਿੱਚ ਗੁਰੂ ਨਾਨਕ ਦਾ ਜਨਮ ਲੈਣਾ ਧੰਨ ਹੈ, ਸਫਲ ਹੋਇਆ ਹੈ, ਜਿਸ ਦੀ ਕਿਰਪਾ ਦੇ ਨਾਲ ਸਾਰੀ ਸ੍ਰਿਸ਼ਟੀ ਜਿਹੜੀ ਹੈ ਉਹ ਵੀ ਤਰ ਗਈ ਹੈ। ਅਗਲੇ ਪੰਕਤੀਆਂ 'ਚ ਫਿਰ ਉਹ ਕਹਿੰਦਾ ਹੈ ਕਿ ਪਾਤਾਲਪੁਰੀ ਜੈਕਾਰ ਧੁਨ ਕਬ ਜਨ ਕਲ ਵਖਾਣਿਓ। ਪਾਤਾਲਪੁਰੀ ਜੈਕਾਰ ਧੁਨ ਕਬ ਜਨ ਕਲ ਵਖਾਣਿਓ। ਕਬ ਜਨ ਕਲ, ਕਵੀ ਜਿਹੜਾ ਹੈ ਦਾਸ ਕਲ ਇਹ ਬੇਨਤੀ ਕਰਦਾ ਹੈ, ਇਹ ਵਿਖਿਆਨ ਕਰਦਾ ਹੈ, ਇਹ ਗੱਲ ਆਖਦਾ ਹੈ ਕਿ ਪਾਤਾਲਪੁਰੀ ਜੈਕਾਰ ਧੁਨ, ਪਾਤਾਲ ਦੇ ਲੋਕ ਵੀ ਤੇਰੀ ਜੈ ਜੈਕਾਰ ਦੀ ਆਵਾਜ਼ ਦੇ ਰਹੇ ਹਨ, ਉੱਥੋਂ ਵੀ ਤੇਰੀ ਜੈ ਜੈਕਾਰ ਦੀ ਆਵਾਜ਼ ਉੱਠ ਰਹੀ ਹੈ। ਗੁਰੂ ਨਾਨਕ ਪਾਤਾਲਪੁਰੀ ਤੋਂ ਵੀ ਤੁਹਾਡੀ ਜੈ ਜੈਕਾਰ ਹੋ ਰਹੀ ਹੈ। ਕੀ ਕਹਿੰਦੇ ਹਨ? ਹਰ ਨਾਮ ਰਸਕ ਨਾਨਕ ਗੁਰ ਰਾਜ ਜੋਗ ਤੈ ਮਾਨਿਓ। हे ਗੁਰੂ ਨਾਨਕ, ਤੁਸੀਂ ਹਰੀ ਦੇ ਨਾਮ ਦੇ ਰਸੀਓ ਹੋ। ਹਰ ਨਾਮ ਰਸਿਕ ਨਾਨਕ ਗੁਰ। ਗੁਰੂ ਨਾਨਕ ਜੀ ਜੋ ਹਨ ਉਹ ਹਰੀ ਦੇ ਨਾਮ ਦੇ ਰਸਿਕ ਹਨ, ਰਸੀਏ ਹਨ। ਹਰੀ ਦੇ ਨਾਮ ਦੇ ਨਾਲ ਪਿਆਰ ਦੇ ਵਿੱਚ ਡੁੱਬੇ ਹੋਏ ਹਨ, ਹਰੀ ਦੇ ਨਾਮ ਦੇ ਰਸ ਦੇ ਵਿੱਚ ਗੁੜੁਚ ਹਨ। ਹਰੀ ਨਾਮ ਰਸਿਕ ਨਾਨਕ ਗੁਰ ਰਾਜ ਜੋਗ ਤੈ ਮਾਨਿਓ। ਤੁਸੀਂ ਪ੍ਰਮਾਤਮਾ ਦੇ ਨਾਮ ਦੇ ਪਿਆਰ ਦੇ ਵਿੱਚ ਭਿੱਜੇ ਤਾਂ ਹੋਏ ਹੀ ਹੋ, ਪਰ ਤੁਸੀਂ ਰਾਜ ਯੋਗ ਵੀ ਮੰਨਿਆ ਹੈ, ਰਾਜ ਵੀ ਮੰਨਿਆ ਹੈ ਤੇ ਜੋਗ ਵੀ ਮੰਨਿਆ ਹੈ। ਇਹ ਗੱਲ ਜਿਹੜੀ ਹੈ ਅਲੱਗ-ਅਲੱਗ ਤਰੀਕਿਆਂ ਦੇ ਨਾਲ ਬਾਰ-ਬਾਰ ਭੱਟਾਂ ਦੇ ਸਵਈਆਂ ਦੇ ਵਿੱਚ ਰਿਪੀਟ ਹੁੰਦੀ ਹੈ ਤੇ ਗੁਰੂ ਸਾਹਿਬਾਨ ਨੇ ਰਾਜ ਅਤੇ ਜੋਗ ਦੋਨਾਂ ਨੂੰ ਇਕੱਠੇ ਹੀ ਮੰਨਿਆ ਹੈ। ਤਾਂ ਅੱਜ ਦੇ ਜਿਹੜੇ ਤਿੰਨੋਂ ਸਵਈਏ ਆਏ ਹਨ ਉਹਨਾਂ ਦੇ ਅੰਦਰ ਅਟਕਲ ਸਹਾਰ ਜੀ ਨੇ ਇਸ ਤਰੀਕੇ ਦੇ ਨਾਲ ਗੁਰੂ ਨਾਨਕ ਦੀ ਸਿਫਤ ਸਲਾਹ ਕੀਤੀ ਹੈ, ਜਿਹਦੇ ਵਿੱਚ ਕਈ ਸਾਰੀਆਂ ਪੁਰਾਣਕ ਹਸਤੀਆਂ ਦਾ ਜ਼ਿਕਰ ਕਰਕੇ ਕਿਹਾ ਹੈ ਕਿ ਉਹ ਵੀ ਗੁਰੂ ਨਾਨਕ ਦੇ ਗੁਣ ਗਾਉਂਦੇ ਹਨ। ਉਹਨਾਂ ਦੇ ਵਿੱਚ ਉਹਨਾਂ ਨੇ ਕਪਿਲ ਰਿਸ਼ੀ ਦਾ ਨਾਮ ਲਿਆ ਹੈ, ਜੋਗੀਆਂ ਦਾ ਨਾਮ ਲਿਆ ਹੈ, ਪਰਸ਼ੁਰਾਮ ਦਾ ਨਾਮ ਲਿਆ ਹੈ, ਉਦੋਂ ਅਕਰੂਰ ਤੇ ਬਿਦਰ ਉਹਨਾਂ ਦੀ ਗੱਲ ਕੀਤੀ ਹੈ ਕਿ ਇਹ ਸਾਰੇ ਲੋਕ ਵੀ ਜਿਹੜੇ ਹਨ ਇਹ ਗੁਰੂ ਨਾਨਕ ਦੀ ਵਡਿਆਈ ਗਾ ਰਹੇ ਹਨ। ਫਿਰ ਅਗਲੇ ਪੰਜਵੇਂ ਸਵਈਏ ਵਿੱਚ ਕਹਿੰਦੇ ਹਨ ਕਿ ਚਾਰਾਂ ਵਰਨ ਦੇ ਲੋਕ, 6 ਜੋਗੀਆਂ ਦੇ ਜਿਹੜੇ ਭੇਖ ਨੇ ਉਹਨਾਂ ਦੇ ਸਾਰੇ ਲੋਕ ਤੇ ਬ੍ਰਹਮ ਆਦਿਕ ਦੇਵਤੇ ਉਹ ਸਾਰੇ ਵੀ ਗੁਰੂ ਨਾਨਕ ਦੀ ਵਡਿਆਈ ਗਾ ਰਹੇ ਹਨ। ਸ਼ੇਸ਼ ਨਾਗ ਜਿਹੜਾ ਹੈ ਉਹ ਵੀ ਇੱਕ ਰਸ ਲਗਾਤਾਰ ਆਪਣੇ ਹਜ਼ਾਰਾਂ ਜੀਬਾਂ ਦੇ ਨਾਲ ਗੁਰੂ ਨਾਨਕ ਦੀ ਵਡਿਆਈ ਲਗਾਤਾਰ ਕਰ ਰਿਹਾ ਹੈ। ਸ਼ਿਵ ਜੀ ਜੋ ਕਿ ਮਹਾਬੈਰਾਗੀ ਜਿਹਨੂੰ ਕਹਿੰਦੇ ਹਨ ਉਹ ਵੀ ਗੁਰੂ ਨਾਨਕ ਦੀ ਵਡਿਆਈ ਗਾ ਰਿਹਾ ਹੈ ਕਿ ਗੁਰੂ ਨਾਨਕ ਨੇ ਉਸ ਪਰਮਾਤਮਾ ਨੂੰ ਪਛਾਣਿਆ ਹੈ ਤੇ ਸਾਂਝ ਪਾਈ ਹੈ। तो अगले सोइए फिर कहते हैं कि भाई ऐसे गुरु नानक ने आप तो जिन तरिया ही है कि सारी सृष्टि ਨੂੰ भी उन्होंने तार दिता है। ऐसे गुरु नानक की वडियाई सनक आदि जनक आदि ऋषि ਅਤੇ ਪਤਾਲਪੁਰੀ ਤੋਂ ਵੀ ਸਭ ਜਿਹੜੇ ਲੋਕ ਹਨ ਉਹ ਗੁਰੂ ਨਾਨਕ ਦੀ ਵਡਿਆਈ ਦੀ ਜੈ ਜੈਕਾਰ ਕਰ ਰਹੇ ਹਨ, ਉਹਨਾਂ ਦੇ ਗੁਣ ਗਾ ਰਹੇ ਹਨ। ਗੁਰੂ ਨਾਨਕ ਜਿਹੜੇ ਪਰਮਾਤਮਾ ਦੇ ਪਿਆਰ ਦੇ ਵਿੱਚ ਭਿੱਜੇ ਹੋਏ ਹਨ ਉਹ ਰਾਜ ਦੇ ਯੋਗ ਮੰਨਦੇ ਹਨ। ਰਾਜ ਦਾ ਵੀ ਸੁੱਖ ਜਿਹੜਾ ਹੈ ਉਹਨਾਂ ਨੂੰ ਪ੍ਰਾਪਤ ਹੈ ਅਤੇ ਪਰਮਾਤਮਾ ਦੇ ਨਾਲ ਵੀ ਉਹ ਜੁੜੇ ਹੋਏ ਹਨ। ਤਾਂ ਤਿੰਨਾਂ ਹੀ ਸਵਈਆਂ ਦੇ ਅੰਦਰ ਜੋ ਮੇਨ ਮੈਸੇਜ ਭੱਟ ਦੇ ਰਹੇ ਹਨ ਕਿ ਉਹਨਾਂ ਦੀ ਸਮਝ ਦੇ ਮੁਤਾਬਕ ਗੁਰੂ ਨਾਨਕ ਦੀ ਵਡਿਆਈ ਸਾਰਾ ਜਗਤ ਸਾਰੀ ਲੋਕਾਈ ਕਰਦੀ ਆ ਰਹੀ ਹੈ। ਜਿਹੜੀਆਂ ਈਵਨ ਮਿਥਿਹਾਸਕ ਹਸਤੀਆਂ ਹਨ ਭਾਵੇਂ ਸਤਯੁਗ ਦੀਆਂ, ਤ੍ਰੇਤੇ ਦੁਆਪਰ ਦੀਆਂ ਜਾਂ ਕਲਯੁਗ ਦੇ ਵੀ ਜੋ ਹਨ ਉਹਨਾਂ ਸਾਰਿਆਂ ਦਾ ਵੀ ਨਾਮ ਲੈ ਲੈ ਕੇ ਭੱਟ ਜੀ ਕਹਿੰਦੇ ਹਨ ਕਿ ਇਹ ਸਾਰੇ ਹੀ ਗੁਰੂ ਨਾਨਕ ਦੀ ਵਡਿਆਈ ਗਾ ਰਹੇ ਹਨ।
ਉਹ ਇਹਦੇ ਤੇ ਕੋਈ ਤਰਕਸ਼ੀਲ ਬੰਦਾ ਤਰਕ ਕਰ ਸਕਦਾ ਹੈ ਵੀ ਗੁਰੂ ਨਾਨਕ ਦਾ ਕਲਯੁਗ ਵਿੱਚ ਪੈਦਾ ਹੋਏ ਸਨ 1469 ਈਸਵੀ ਵਿੱਚ, ਜਿੰਨੇ ਹਜ਼ਾਰਾਂ ਲੱਖਾਂ ਸਾਲ ਪਹਿਲੇ ਜਿਹੜੀਆਂ ਹਸਤੀਆਂ ਹੋਈਆਂ, ਕੋਈ ਉਹਨਾਂ ਚੋਂ ਇਤਿਹਾਸਕ ਹਸਤੀਆਂ ਹੋਈਆਂ ਨੇ ਤੇ ਕੁਝ ਮਿਥਿਹਾਸਕ ਵੀ ਹਸਤੀਆਂ ਨੇ, ਉਹ ਸਾਰੇ ਕਿਵੇਂ ਗੁਰੂ ਨਾਨਕ ਦੀ ਵਡਿਆਈ ਗਾ ਰਹੇ ਹਨ। ਤਾਂ ਇਹ ਸਿਰਫ ਇੱਕ ਢੰਗ ਹੈ, ਇੱਕ ਓਪੀਨੀਅਨ ਨੂੰ ਕਨਵੇ ਕਰਨ ਦਾ, ਇੱਕ ਵਿਊ ਪੁਆਇੰਟ ਕਨਵੇ ਕਰਨ ਦਾ ਕਿ ਗੁਰੂ ਨਾਨਕ ਦੀ ਇੰਨੀ ਮਹਾਨਤਾ ਹੈ, ਇੰਨੀ ਵਡਿਆਈ ਹੈ ਕਿ ਕਵੀ ਦੀ ਨਜ਼ਰਾਂ ਦੇ ਅੰਦਰ ਸਾਰੀ ਸ੍ਰਿਸ਼ਟੀ ਜਿਹੜੀ ਹੈ ਉਹ ਉਸਦੇ ਗੁਣ ਗਾ ਰਿਹਾ। ਜਿਵੇਂ ਕਈ ਕਵੀ ਇਹ ਵੀ ਗੱਲ ਕਰਦੇ ਹਨ ਕਿ ਜੀ ਪੱਤਾ ਪੱਤਾ ਜਿਹੜਾ ਹੈ ਨਾ ਉਹਨਾਂ ਦੇ ਗੁਣ ਗਾ ਰਿਹਾ ਹੈ। ਹੁਣ ਪੱਤੇ ਪੱਤੇ ਜਿਹੜੇ ਨੇ ਉਹ ਕਿਵੇਂ ਕਿਸੇ ਦੇ ਗੁਣ ਗਾਉਂਦੇ ਹਨ? ਉਹ ਸਿਰਫ ਕਵੀ ਦੀ ਆਪਣੀ ਫੀਲਿੰਗਸ ਨੂੰ ਜਿਹੜਾ ਹੈ ਉਹ ਐਕਸਪ੍ਰੈਸ ਕਰਨ ਦਾ ਉਹਦਾ ਢੰਗ ਹੈ ਕਿ ਭਈ ਇੰਨੀ ਮਹਾਨ ਹਸਤੀ ਹੈ ਜਿਹਦਾ ਗੁਣ ਪੱਤਾ ਪੱਤਾ ਗਾ ਰਿਹਾ ਹੈ। ਉਹ ਇਸੇ ਤਰੀਕੇ ਦੇ ਨਾਲ ਭੱਟਾਂ ਦੇ ਮਨਾਂ ਦੇ ਅੰਦਰ, ਕਿਉਂਕਿ ਉਹਨਾਂ ਪੁਰਾਣਿਕ ਹਸਤੀਆਂ ਦੇਵੀ ਦੇਵਤਿਆਂ ਦੇ ਬਾਰੇ ਦੇ ਵਿੱਚ ਸਤਿਕਾਰ ਦੀ ਭਾਵਨਾ ਮੌਜੂਦ ਸੀ, ਤਾਂ ਇਹ ਹੀ ਢੰਗ ਉਹਨਾਂ ਨੂੰ ਇਫੈਕਟਿਵ ਨਜ਼ਰ ਆਇਆ ਕਿ ਜਿਹੜੀਆਂ ਮਹਾਨ ਹਸਤੀਆਂ ਜਿਨ੍ਹਾਂ ਦੇ ਬਾਰੇ ਲੋਕਾਂ ਦੇ ਮਨਾਂ ਦੇ ਵਿੱਚ ਇੱਜ਼ਤ ਹੈ, ਸਤਿਕਾਰ ਹੈ, ਜਿਨ੍ਹਾਂ ਨੂੰ ਲੋਕੀ ਮਹਾਨ ਮੰਨਦੇ ਹਨ, ਜੇ ਐਸੇ ਮਹਾਨ ਲੋਕ ਗੁਰੂ ਨਾਨਕ ਦੀ ਵਡਿਆਈ ਕਰ ਰਹੇ ਹਨ ਤਾਂ ਮੇਰੇ ਵਰਗੇ ਨਾਚੀਜ਼ ਦੀ ਕੀ ਪਾਇਆ ਹੈ, ਮੈਂ ਤਾਂ ਉਹਨਾਂ ਦੇ ਗੁਣ ਗਾ ਹੀ ਰਿਹਾ ਹਾਂ। ਇਸੇ ਤਕਨੀਕ ਨੂੰ ਅਪਣਾਉਂਦਿਆਂ ਹੋਇਆਂ ਜਨਮ ਸਾਖੀ ਦੇ ਅੰਦਰ ਵੀ ਆਪ ਜੀ ਨੇ ਕਈਆਂ ਨੇ ਸਾਖੀ ਪੜ੍ਹੀ ਹੋਏਗੀ ਕਿ ਜਦੋਂ ਭਾਈ ਲਹਿਣਾ ਜੀ ਗੁਰੂ ਨਾਨਕ ਜੀ ਦੇ ਦਰਬਾਰ ਦੇ ਵਿੱਚ ਆਉਂਦੇ ਹਨ ਤਾਂ ਉਹ ਆਪਣੇ ਬਾਕੀ ਸਾਥੀਆਂ ਨੂੰ ਤਾਂ ਤੋਰ ਦਿੰਦੇ ਹਨ ਕਿ ਵੀ ਤੁਸੀਂ ਦੇਵੀ ਦੇ ਦਰਸ਼ਨਾਂ ਨੂੰ ਜਾਓ ਤੇ ਮੈਂ ਤੇ ਹੁਣ ਇੱਥੇ ਹੀ ਰਵਾਂਗਾ। ਤੇ ਫਿਰ ਉਹ ਸਾਖੀ ਦੇ ਅੱਗੇ ਜਾ ਕੇ ਜ਼ਿਕਰ ਆਉਂਦਾ ਹੈ ਕਿ ਇੱਕ ਦਿਨ ਉਹ ਸਵੇਰੇ ਸਵੇਰੇ ਉੱਠਦੇ ਹਨ ਤੇ ਦੇਖਦੇ ਹਨ ਕਿ ਜਿਹੜੀ ਵੈਸ਼ਨੋ ਦੇਵੀ ਹੈ ਉਹ ਉੱਥੇ ਬਾਹਰ ਵਿਹੜੇ 'ਚ ਝਾੜੂ ਲਗਾ ਰਹੀ ਹੈ। ਤੇ ਭਾਈ ਲਹਿਣਾ ਜੀ ਬੜੇ ਹੈਰਾਨ ਹੋ ਕੇ ਉਹਨੂੰ ਪੁੱਛਦੇ ਹਨ ਕਿ ਵੀ ਤੂੰ ਇੱਥੇ ਕੀ ਕਰ ਰਹੀ ਹੈ? ਕਹਿੰਦੇ ਮੈਂ ਵੀ ਤਾਂ ਗੁਰੂ ਨਾਨਕ ਦੇ ਦਰ ਤੇ ਝਾੜੂ ਲਗਾਉਂਦੀ ਹਾਂ। ਤਾਂ ਹੁਣ ਉਹ ਸਾਖੀਕਾਰ ਦੀ ਇੱਕ ਤਕਨੀਕ ਹੈ, ਉਹ ਵੀ ਤਰੀਕਾ ਹੈ ਕਿ ਉਹਨੇ ਇਹ ਇੰਪ੍ਰੈਸ ਕਰਨਾ ਸੀਗਾ ਕਿ ਜਿਸ ਵੈਸ਼ਨੋ ਦੇਵੀ ਦੀ ਪੂਜਾ ਭਾਈ ਲਹਿਣਾ ਜੀ ਪਹਿਲਾਂ ਇੰਨੇ ਸਾਲ ਕਰਦੇ ਰਹੇ ਹਨ ਤੇ ਉਹਨਾਂ ਦੇ ਸਾਥੀ ਹੁਣ ਵੀ ਉੱਥੇ ਦੇਵੀ ਦੇ ਦਰਸ਼ਨ ਕਰਨ ਗਏ ਹਨ, ਉਹ ਦੇਵੀ ਤਾਂ ਗੁਰੂ ਨਾਨਕ ਦੇ ਦਰ ਤੇ ਝਾੜੂ ਲਗਾਉਂਦੀ ਹੈ। ਤਾਂ ਇਹ ਇੱਕ ਸਿਰਫ ਡਿਸਕ੍ਰਾਈਬ ਕਰਨ ਦਾ ਢੰਗ ਹੁੰਦਾ ਹੈ। ਇਹ ਤੁਸੀਂ ਵੀ ਸਮਝ ਸਕਦੇ ਹੋ ਕਿ ਕੋਈ ਵੈਸ਼ਨੋ ਦੇਵੀ ਨਾਮ ਦੀ ਕੋਈ ਚੀਜ਼ ਕੋਈ ਹੈ ਜਾਂ ਨਹੀਂ ਹੈ, ਇਹਦੇ ਬਾਰੇ ਕੁਝ ਕਹਿਣਾ ਮੁਸ਼ਕਿਲ ਹੈ ਤੇ ਐਸੀ ਦੇਵੀ ਉੱਠ ਕੇ ਝਾੜੂ ਕਿਵੇਂ ਲਗਾਏਗੀ। ਤਾਂ ਇਹ ਸਿਰਫ ਇੱਕ ਗੱਲ ਨੂੰ, ਆਈਡੀਆ ਨੂੰ ਕਨਵੇ ਕਰਨ ਦਾ ਤਰੀਕਾ ਹੁੰਦਾ ਹੈ। ਤਾਂ ਇਹਨਾਂ ਚੀਜ਼ਾਂ ਦੇ ਬਾਰੇ 'ਚ ਕੋਈ ਮਨ ਦੇ ਵਿੱਚ ਭਰਮ ਰੱਖਣ ਦੀ ਲੋੜ ਨਹੀਂ ਹੈ ਕਿ ਵੀ ਇਹ ਭੱਟਾਂ ਨੇ ਕਿਹੋ ਜਿਹੀਆਂ ਗੱਲਾਂ ਕੀਤੀਆਂ ਨੇ ਕਿ ਜਨਕ ਵੀ ਉਹਨਾਂ ਦੇ ਗੁਣ ਗਾ ਰਿਹਾ, ਧਰੂ ਦੇਵਤਾ ਵੀ ਧਰੂ ਵੀ ਗਾ ਰਿਹਾ ਹੈ, ਪ੍ਰਹਿਲਾਦ ਵੀ ਗੁਣ ਗਾ ਰਿਹਾ ਹੈ। ਇਹ ਸਭ ਜੋ ਹੈ ਇੱਕ ਗੁਰੂ ਨਾਨਕ ਦੀ ਵਡਿਆਈ ਕਰਨ ਦਾ ਇੱਕ ਸਟਾਈਲ ਹੈ ਜੋ ਆਈਡੀਆ ਕਨਵੇ ਕਰਨਾ ਚਾਹੁੰਦੇ ਹਨ ਕਿ ਗੁਰੂ ਨਾਨਕ ਦੀ ਵਡਿਆਈ ਕਿਤਨੀ ਮਹਾਨ ਹੈ। ਔਰ ਅੱਜ ਦੀ ਬਸ ਇੰਨੇ ਵਿਚਾਰ ਆਪ ਜੀ ਨਾਲ ਸਾਂਝੀ ਕਰਨੇ ਆ। ਵਿਚਾਰ ਕਰਦੇ ਹੋਈਆਂ ਭੁੱਲਾਂ ਦੀ ਆਪ ਜੀ ਪਾਸੋਂ ਖਿਮਾ ਦੀ ਜਾਚਨਾ ਹੈ ਜੀ। ਕੋਈ ਆਪ ਜੀ ਦਾ ਇਸ ਬਾਰੇ ਕੋਈ ਪ੍ਰਸ਼ਨ ਹੋਵੇ ਜਾਂ ਆਪ ਜੀ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਤਾਂ ਆਪ ਅਨਮਿਊਟ ਕਰਕੇ ਦੇ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ।